के सुसर मेरे साथ बैठे हुए हैं और इन पे ये इल्ज़ाम मुबैना तौर पे लगाया गया है कि जो उन पे जिनसी दरिंदगी की गई है जन्नत बीबी पे, उनमें ये भी शामिल थे। ये फौलज के मरीज हैं और इनका दायां हाथ जो है ये बिल्कुल काम नहीं करता। जब ये बोलेंगे तो आप इनके टूटे फूटे अल्फाज सुन के ही आपको अंदाजा हो जाएगा कि ये शख्स इस वक्त कितनी तकलीफ में है। तुसी जन्नत बीबी ते कोई तशद्दुद कीता है ए 12 13 14 सालां च? नहीं जी। यकीन दिवाओगे आवाम ਨੂੰ, ਇਹ ਤੇ ਤੁਹਾਡੇ ਖਿਲਾਫ ਹੋਈ ਹੋਈ ਹੈ। ਇਹ ਤੇ ਕਹਿ ਰਹੀ ਤੁਸੀਂ ਬੜੇ ਜ਼ਾਲਮ ਹੋ, ਤੁਸੀਂ ਜਾਨਵਰ ਹੋ। ਚੌਥਾ ਮੁੰਡਾ ਸੀ हाँ। ਤੁਸੀਂ ਬਸ बिल ਮਹਿਸੂਸ ਕਰ ਰਹੇ ਹੋ ਇਸ ਟਾਈਮ ਪਿਛਲੇ 20 22 ਦਿਨਾਂ ਤੋਂ ਲਾਪਤਾ ਹੈ ਉਹ। बड़ा जी रोने आ। जी अस्सलाम वालेकुम नाज़रीन, मैं हूं आपका मेज़बान इर्तज़ा भट्ट। नाज़रीन, सोशल मीडिया पर एक केस पिछले कई दिनों से डिस्कस हो रहा है जन्नत बीबी का। जन्नत बीबी वो खतून है कि जब हम उसका इंटरव्यू करने के लिए गए तो हमारी अपनी आंखें नम हो गई और हम उस वक्त इस सोच में पड़ गए, क्या इस मुआशरे में ऐसे जानवर भी रहते हैं जो अपनी बहू के साथ इस तरह का सलूक करते हैं। तो हम स्पेशली शेखुपुरे में आए हैं और ये जन्नत के सुसर मेरे साथ बैठे हुए हैं और इन पे ये इल्ज़ाम मुबैना तौर पे लगाया गया है कि जो उन पे जिनसी दरिंदगी की गई है जन्नत बीबी पे, उनमें ये भी शामिल थे। इंटरव्यू से पहले मैं आपको बताता चलूं कि ये फौलज के मरीज हैं और इनका दायां हाथ जो है ये बिल्कुल काम नहीं करता। ये देखिए, मैंने हाथ में पकड़ा हुआ, छोड़ूंगा तो ये वापस अपनी जगह पे आ जाएगा। और बाएं हाथ में भी इतनी ताकत नहीं है कि किसी चीज़ को पकड़ सकें। लेकिन इन पे इतना बड़ा इल्ज़ाम लगाया गया, सुसर बाप की तरह होता है। यहाँ पे मैं इनको डिफेंड बिल्कुल नहीं कर रहा और ना ही जन्नत बीबी के खिलाफ कोई प्रोग्राम करने के लिए यहाँ पे आया हूँ। जिस तरह मेरी हमदर्दियाँ जन्नत बीबी के साथ थी, उसी तरह मेरी हमदर्दियाँ इनके साथ भी हैं, क्योंकि इनका ये कहना है कि इनके साथ बहुत बड़ी ज़्यादती हुई है। जब ये बोलेंगे तो आप इनके टूटे फूटे अल्फाज सुन के ही आपको अंदाज़ा हो जाएगा कि ये शख्स इस वक्त कितनी तकलीफ में है। अस्सलाम वालेकुम अंकल। वालेकुम अस्सलाम। अंकल जी, पहले तो ये बताएं आप कि जन्नत बीबी की आपके बेटे के साथ जो शादी हुई है, ठीक है, ये शादी किसके कहने पे हुई थी और आपका जन्नत के वालिद के साथ क्या रिश्ता था? ਕੰਮ ਰਲ ਕੇ ਕਰਦੇ ਹਾਂ ਅਸੀਂ किधर सऊदी अरब ਵਿੱਚ? ਸੌਦੇ ਵਿੱਚ ठीक है। ਉੱਥੇ ਹੀ ਗੱਲਬਾਤ ਹੋ ਗਈ ਤੁਹਾਡੀ ਕਿੰਨੀ ਦੋਸਤੀ ਪੁਰਾਣੀ ਹੈ ਜन्नत ਦੇ ਵਾਲਿਦ ਦੇ ਨਾਲ? ਜਦੋਂ ਬਾਹਰ ਰਹੇ ਹੋ? ਜਾਵਾਂ 8-10 ਸਾਲ ਪੁਰਾਣੀ ਹੈ। 10 ਸਾਲ। ਠੀਕ ਹੈ। ਜਿਸ ਟਾਈਮ ਰਿਸ਼ਤਾ ਹੋਇਆ, ਸ਼ਾਦੀ ਹੋਈ, ਨੂੰ ਘਰ ਲੈ ਕੇ ਆਇਓ ਤੇ ਕਿਸ ਤਰ੍ਹਾਂ ਦੇ ਮਾਮਲਾਤ ਚਲੇ ਨੇ, ਕਿਸ ਤਰ੍ਹਾਂ ਦੀ ਪਿਆਰ ਮੁਹੱਬਤ ਸੀ ਆਪਸ ਵਿੱਚ, ਤੁਹਾਡੀ ਜन्नत ਕਿੰਨੀ ਇੱਜ਼ਤ ਕਰਦੀ ਸੀ ਕੋਈ ਨਹੀਂ ਪਹਿਲੇ ਦਿਨ ਤੋਂ ਹੀ? ਇਧਰ ਕਰਨੀ ਨਹੀਂ ਕਰਦੀ ਸਾਡੇ ਨਾਲ ਰਾਈ ਨਹੀਂ ਜੀ। ਰਹੀ ਨਹੀਂ? ਨਹੀਂ ਅਜੇ ਬੈਠ ਕੇ ਦਿੱਤੀ ਏ ਤੇ ਧੀ ਦਾ ਅਸੀਂ ਧੀ ਉਹ ਰਹਿੰਦੇ ਆ। ਕਿ ਤੁਸੀਂ ਕਿਹਾ ਧੀ ਰਾਣੀ ਇੱਥੇ ਰਹਿ? ਆ ਤੇ ਘਰ ਦੇ ਬੈਠੇ ਨੇ ਤਬਾਗ ਹਾਂ। ਤੇ ਕਰਾਮਾ ਜੀ ਦੇ ਠੁੰਡੇ ਮਾਰਿਆ। ਕੁਰਾਨ ਮਜੀਦ। ਅੱਛਾ, ਤੇ ਮੈਨੂੰ ਇਹ ਦੱਸੋ ਅੰਕਲ ਜੀ, ਸ਼ਾਦੀ ਹੁੰਦੀ 10-12 ਸਾਲ ਸ਼ਾਦੀ ਨੂੰ ਹੋ ਗਏ ਨੇ, ਕਿੰਨੇ ਸਾਲ ਹੋ ਗਏ ਨੇ? 2008 ਚ ਹੋਈ ਸੀ ਮੇਰੇ ਹਿਸਾਬ ਨਾਲ, ਆਹੋ 2012 ਸ਼ਾਇਦ। ਅੱਛਾ, ਤੇ ਇਸ ਦੌਰਾਨ ਇਹ ਪਹਿਲੇ ਦਿਨ ਤੋਂ ਅਲੱਗਾ ਹੋ ਗਈ ਸੀ? ਬਲਾਇਦਾ ਜੀ ਵੱਖਰੀ ਸੀ। ਵੱਖਰੀ ਨਾਲ ਰਹਿੰਦੀ ਨਹੀਂ ਗਈ। ਤੁਸੀਂ ਇਸ ਟਾਈਮ ਤੁਹਾਡੀ ਕਿੰਨੀ ਉਮਰ ਹੈ ਅੰਕਲ ਜੀ? 60 ਤੋਂ 60। ਮਾਸ਼ਾਅੱਲਾ, ਹਜ ਔਰ ਉਮਰੇ ਵੀ ਅਦਾ ਕੀਤੇ ਹੋਣਗੇ ਬੇਸ਼ੁਮਾਰ। ਕਿਤੇ ਕਿੰਨੇ ਮਾਸ਼ਾਅੱਲਾ ਉਮਰੇ ਤੇ ਹਜ ਅਦਾ ਕੀਤੇ ਨੇ? ਛੇ ਹਜ ਅਦਾ ਕੀਤੇ ਨੇ ਹਾਂ। ਤੁਸੀਂ। ਅੱਲਾਹ ਪਾਕ ਤੁਹਾਡੇ ਹਜ ਕਬੂਲ ਫਰਮਾਏ। ਤੇ ਉਮਰੇ ਲਾ ਤਦਾਦ ਹੋਣਗੇ? ਉਮਰ 5 5-6 ਉਮਰੇ ਵੀ ਨੇ ਮਾਸ਼ਾਅੱਲਾ। ਤੁਹਾਨੂੰ ਅੱਲਾਹ ਪਾਕ ਨੇ ਆਪਣੇ ਘਰ ਦੀ ਜ਼ਿਆਰਤਾਂ ਨਸੀਬ ਫਰਮਾਈਆਂ ਹੋਈਆਂ। ਤੁਸੀਂ ਜन्नत ਬੀਬੀ ਤੇ ਕੋਈ ਤਸ਼ੱਦੁਦ ਕੀਤਾ ਹੈ ਇਹ 12 13 14 ਸਾਲਾਂ ਚ? ਨਹੀਂ ਜੀ, ਕੋਈ ਨਹੀਂ। ਝੂਠ ਮਾਰਦੇ ਨੇ, ਝੂਠ ਮਾਰਦੇ ਨੇ। ਕਿਸ ਤਰ੍ਹਾਂ ਯਕੀਨ ਦਿਵਾਓਗੇ ਆਵਾਮ ਨੂੰ? ਇਹ ਤੇ ਤੁਹਾਡੇ ਖਿਲਾਫ ਹੋਈ ਹੋਈ ਹੈ। ਇਹ ਤੇ ਕਹਿ ਰਹੀ ਤੁਸੀਂ ਬੜੇ ਜ਼ਾਲਮ ਹੋ, ਤੁਸੀਂ ਜਾਨਵਰ ਹੋ। ਕਿਸ ਤਰ੍ਹਾਂ ਇਹਨਾਂ ਨੂੰ ਕਹੋਗੇ? ਇਹ ਜਿਹੜੇ ਸਾਹਮਣੇ ਆਵਾਮ ਹੈ, ਉਹ ਜन्नत ਦੀ ਜਿਹੜੀ ਭੈਣਾਂ ਨੇ, ਜन्नत ਦਾ ਜਿਹੜਾ ਭਰਾ ਹੈ, ਈਵਨ ਕਿ ਤੁਹਾਡਾ ਜਿਹੜਾ ਪੋਤਰਾ ਹੈ, ਉਹ ਵੀ ਤੁਹਾਡੇ ਤੇ ਇਲਜ਼ਾਮ ਲਾ ਰਹੇ। ਉਹ ਇਹ ਸਿਖਾਇਆ ਪੜ੍ਹਾਇਆ ਉਹਨਾਂ ਨੂੰ, ਮੁੰਡੇ ਨੂੰ, ਤਾਂ ਰਾਮ ਲਾਲਾ। ਇਲਜ਼ਾਮ ਲਾਉਂਦਾ। ਹਾਂ ਜਿਸ ਰੋਜ਼ ਇਹ ਵਾਕਿਆ ਪੇਸ਼ ਆਇਆ, ਤੁਹਾਨੂੰ ਕਿਸ ਤਰ੍ਹਾਂ ਪਤਾ ਚੱਲਿਆ ਸੀ?
ਇਹ 10 ਵਜੇ ਪਤਾ ਚੱਲਾ ਕਿ ਐਕਸੀਡੈਂਟ ਹੋਇਆ ਹੈ। ਤੁਸੀਂ ਉਸ ਟਾਈਮ ਇਸ ਘਰ 'ਚ ਮੌਜੂਦ ਸੋ ਆਪਣੇ? ਇੱਥੇ 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 ਰਹਿੰਦੇ ਹਾਂ। ਤੁਸੀਂ ਰਹਿੰਦੇ ਇੱਥੇ ਹੋ? ਹਾਂ, ਤੁਸੀਂ ਆਪਣੇ ਪੁੱਤਰ ਕੋਲ ਨਹੀਂ ਜਾਂਦੇ? ਇਹ ਸਾਨੂੰ ਨਹੀਂ ਰਹਿੰਦੇ ਨੇ ਕਿਰਾਏ ਤੇ। ਅੱਛਾ, ਉਹ ਕਿਰਾਏ ਤੇ ਰਹਿੰਦਾ ਹੈ, ਤੁਸੀਂ ਆਪਣਾ ਰਹਿ ਰਹੇ ਹੋ ਉੱਥੇ? ਹਾਂ ਜੀ, ਮਕਾਨ ਮੈਂ ਪਹਿਲਾਂ ਦਿੱਤਾ ਸੀ ਹਾਂ ਤੇ ਵੇਚ ਵਟ ਕੇ ਖਾ ਗਏ ਨੇ। ਉਹ ਖਾ ਖੂ ਗਏ ਨੇ। ਹਾਂ, ਤੁਹਾਨੂੰ ਕਿਸ ਟਾਈਮ ਪਤਾ ਚੱਲਿਆ ਸੀ ਕਿ ਤੁਹਾਡੀ ਨੂੰਹ ਦਾ ਤੇ ਤੁਹਾਡੇ ਪੁੱਤਰ ਦਾ ਐਕਸੀਡੈਂਟ ਹੋ ਗਿਆ? ਸਾਨੂੰ ਪਤਾ ਚੱਲਿਆ ਹੈ ਉਹ ਮਕਸਦ ਮਸੂਦ ਹਾਂ ਉਹ ਗਿਆ ਹੈ ਉਹਨਾਂ ਠੀਕ ਹੈ। ਇੱਕ ਬੰਦਾ ਹੋਰ ਰਹੀ ਦੋ ਗਿਆ ਤੇ ਐਕਸੀਡੈਂਟ ਹੋ ਗਿਆ ਸਮਾਨ ਦਾ। ਠੀਕ ਹੈ, ਤੁਸੀਂ ਫਟਾਫਟ ਹਸਪਤਾਲ ਗਏ ਹੋ? ਨਹੀਂ ਮੈਂ ਤੁਰਨ ਜੀ ਦਾ ਤੇ ਇਹਨੂੰ ਹਸਪਤਾਲ ਕਿਤੇ ਜਾਣਾ। ਪੁੱਤਰ ਤੁਹਾਡਾ ਕਿੱਧਰ ਹੈਗਾ? ਉਸ ਟਾਈਮ ਮੰਜ਼ਲੇ ਆਮ ਤੇ ਨਹੀਂ ਆ ਰਿਹਾ, ਉਹ ਕਹਿ ਰਹੇ ਨੇ ਕਿ ਪੁੱਤਰ ਤੁਸੀਂ ਗਾਇਬ ਕਰਵਾਇਆ। ਨਹੀਂ ਪੁੱਤਰ 3-4 ਦਿਨ ਰਿਹਾ ਹੈ ਹਸਪਤਾਲ। 3-4 ਦਿਨ ਸੱਤਾ ਰਹਿ ਕੇ ਆਈ ਪਹਿਲੇ? ਠੀਕ ਹੈ। ਪੈਸੇ ਦਿੱਤੇ ਨੇ 10,000 ਤੁਸੀਂ ਦਿੱਤਾ 10,000 ਰੁਪਇਆ? ਆ ਮੇਰੇ ਉਹ ਘਰ ਦੇ ਘਰਦਿਆਂ ਨੇ ਦਿੱਤਾ? ਨਜ਼ਾਰਾ ਪਾੜ ਕੇ। ਤੁਹਾਡੇ ਮੁੰਡੇ ਨਾਲ ਆਖਰੀ ਵਾਰੀ ਉਸਮਾਨ ਦੇ ਨਾਲ ਗੱਲਬਾਤ ਕਦੋਂ ਹੋਈ ਹੈ? ਸਾਨੂੰ ਤੇ ਮੈਨੂੰ ਤੇ 2 ਮਹੀਨੇ 3 ਹੋ ਗਏ। 2 ਮਹੀਨੇ 3 ਹੋ ਗਏ। ਹਾਂ, ਔਰ ਇਹ ਆਂਦਾ ਸਵੇਰੇ ਚੋਰੀ ਚੋਰੀ ਆਂਦਾ ਸੀ? ਕੰਮ ਤੋਂ ਜਾਣਾ ਨਾ ਇੱਥੇ ਤੋਂ ਹੋ ਕੇ ਨਾਲ ਦੀ। ਤੁਹਾਨੂੰ ਮਿਲ ਕੇ ਜਾਂਦਾ ਸੀ? ਹਾਂਜੀ। ਇਸ ਟਾਈਮ ਤੁਹਾਡੇ ਪੁੱਤਰ ਤੇ ਬਹੁਤ ਵੱਡਾ ਇਲਜ਼ਾਮ ਲੱਗ ਰਿਹਾ ਹੈ ਕਿ ਉਹਨੇ ਆਪਣੀ ਬੀਵੀ ਦੇ ਨਾਲ ਨਾ ਸਿਰਫ ਖੁਦ ਜ਼ਿਆਦਤੀ ਕੀਤੀ ਹੈ ਬਲਕਿ ਤੁਸੀਂ ਵੀ ਨਾਲ ਸ਼ਾਮਲ ਸੋ। ਤੁਹਾਡੀ ਧੀਆਂ ਦੇ ਜਿਹੜੇ ਬੰਦੇ ਨੇ ਉਹ ਵੀ ਨਾਲ ਸ਼ਾਮਲ ਸਨ। ਜਿਸ ਟਾਈਮ ਤੁਸੀਂ ਇਹ ਇੰਟਰਵਿਊ ਸੋਸ਼ਲ ਮੀਡੀਆ ਤੇ ਦੇਖਿਆ ਹੈ, ਤੁਹਾਡਾ ਪੋਤਰਾ ਹੀ ਤੁਹਾਡੇ ਖਿਲਾਫ ਇੰਟਰਵਿਊ ਦੇ ਰਿਹਾ ਹੈ, ਉਸ ਟਾਈਮ ਦਿਲ 'ਚ ਕੀ ਆਇਆ? ਅੱਖਾਂ 'ਚ ਆਂਸੂ ਆਏ ਸਨ ਉਸ ਟਾਈਮ? ਆ ਰਹੇ ਨੇ ਇਹ ਗੱਲਾਂ ਨਹੀਂ ਕਰਦੀਆਂ। ਅਸੀਂ ਨਹੀਂ ਕਰਦੇ, ਬਿਲਕੁਲ ਨਹੀਂ ਕਰਦੇ। ਐਵੇਂ ਗੱਲ ਚੰਗੀ ਨਹੀਂ ਲੱਗਦੀ। ਧੀਆਂ ਭੈਣਾਂ ਵਾਲੇ ਸਾਰੇ। ਤੇ ਕੌਣ ਹੈਗਾ ਫਿਰ ਤੁਹਾਡੇ ਅੰਦਾਜ਼ੇ ਦੇ ਮੁਤਾਬਿਕ ਜਿਹੜਾ ਤੁਹਾਡੇ ਪੋਤਰੇ ਨੂੰ ਤੁਹਾਡੇ ਖਿਲਾਫ ਇਸਤੇਮਾਲ ਕਰ ਰਿਹਾ? ਉਹ ਆਪ ਹੀ ਨੇ ਭੈਣਾਂ ਦੀਆਂ। ਭੈਣਾਂ ਉਹਨੇ ਇਸਤੇਮਾਲ ਕਰ ਹਾਂ। ਤੁਸੀਂ ਯਾਨੀ ਕਿ ਇਸ ਟਾਈਮ ਇਹ ਕਹਿ ਰਹੇ ਹੋ ਅੱਲਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਸਾਹਮਣੇ ਰੱਖ ਕੇ ਕਿ ਤੁਸੀਂ ਇਹਦੇ 'ਚ ਬਿਲਕੁਲ ਵੀ ਸ਼ਾਮਿਲ ਨਹੀਂ ਹੋਏ ਹੋ? ਪਤਾ ਹੀ ਨਹੀਂ ਗੱਲ ਤੁਹਾਨੂੰ ਪਤਾ ਹੀ ਨਹੀਂਗਾ। ਐਕਸੀਡੈਂਟ ਦਾ ਪਤਾ ਮਦਦ ਉਹ ਵੀ ਦੱਸਿਆ ਹੈ। ਪੁੱਤਰ ਦੀ ਕਮੀ ਮਹਿਸੂਸ ਕਰ ਰਹੇ ਹੋ ਇਸ ਟਾਈਮ? ਪਿਛਲੇ 20-22 ਦਿਨਾਂ ਤੋਂ ਲਾਪਤਾ ਹੈ ਉਹ? ਬੜਾ ਜੀ ਰੋਣੇ ਆ। जो चीज़ आप दिखाते हैं लोग उस पे मनोमन सच तस्लीम कर लेते हैं। हम भी जब वहाँ पे गए हम भी रो रहे थे, लेकिन ये बुज़ुर्ग बाप इस वक्त यहाँ पे कैमरे के सामने लाचार है। ये हाथ उसका काम बिल्कुल भी नहीं कर रहा है, देखें आप, इसमें बिल्कुल ताकत नहीं है। और दूसरा हाथ बहुत मुश्किल वो उठा रहे हैं, उसके आंसू आप यहाँ पे देख रहे हैं। मैं इस टाइम फैसला ही नहीं कर पा रहा, पता नहीं क्यों। अक्सर औकात हम लोग फैसला कर पाते हैं कि यार ये बंदा गलत है वो सच है। वहाँ पे भी रोया गया, जन्नत बीबी भी रोई वहाँ पे, और यहाँ पे ये भी रो रहे हैं और ये कह रहे हैं जनाब कि आपने हमसे ना चाहें, आप मोहल्ले वालों के पास जाएं। वहाँ पे भी जाते हैं हम और वहाँ पे भी पूछते हैं अंकल जी ਉਹ ਲੋਕਾਂ ਨੂੰ ਕੀ ਪੈਗਾਮ ਦਿਓਗੇ ਜਿਹੜਾ ਤੁਹਾਡੀ ਕਿਰਦਾਰਕਸ਼ੀ ਕਰਦੇ ਪਏ ਨੇ, ਤੁਹਾਡੀ ਬੇਟੀਆਂ ਦੀ ਕਿਰਦਾਰਕਸ਼ੀ ਕਰ ਰਹੇ ਨੇ, ਜਿਹੜਾ ਉਹਨਾਂ ਨੂੰ ਬੁਰਾ ਭਲਾ ਬੋਲਦੇ ਪਏ ਨੇ, ਕੀ ਕਹੋਗੇ ਉਹਨਾਂ ਨੂੰ? ਕੋਈ ਨਹੀਂ, ਉਹਨਾਂ ਨੂੰ ਕੀ ਰਹੇ ਅੱਲਾ ਹੀ ਕਰੇਗਾ, ਪੁੱਛੇਗਾ ਉਹਨਾਂ ਨੂੰ। ਅਸੀਂ ਕੀ ਕਰ ਸਕਦੇ ਹਾਂ? ਤੁਹਾਨੂੰ ਸ਼ੱਕ ਹੈਗਾ ਕਿਸੇ ਤੇ ਤੁਹਾਡਾ ਪੁੱਤਰ ਕਿਸੇ ਨੇ ਅਗਵਾ ਤਾਂ ਨਹੀਂ ਕੀਤਾ? ਨਹੀਂ, ਹਸਪਤਾਲ ਉਹਨਾਂ ਨੇ ਕੋਰ ਸੀ, ਮੁੰਡੇ ਗਏ ਨੇ ਚਾਰ ਮੁੰਡੇ ਤੇ ਆਂਦੇ ਸਮਾਨ ਲਗੇ ਉਹਨੇ ਉੱਥੇ ਹੀ। ਠੀਕ ਹੈ। ਆਂਦਾ ਠੀਕ ਹੈ ਆ ਜਾਓ, ਮੈਂ ਇੱਥੇ ਹੀ ਹਾਂ ਤੇ ਗਿਆ ਹੋਏ ਤੇ ਗਾਮ ਕਰਦਾ ਤੁਹਾਡਾ ਇਕਲੌਤਾ ਮੁੰਡਾ ਸੀ ਉਸਮਾਨ? हाँ। पुत्र सी बस। किला। जी नाज़रीन, कितना तकलीफ के लम्हा होगा इस बुजुर्ग शख्स के लिए कि इकलौता बेटा है और पिछले 22 दिन से वो लापता है। यहाँ लड़की वाले कहते हैं जनाब कि इनके पास है और ये कह रहे हैं पता नहीं कहाँ पे। हम ये चाहते हैं कि इस केस के हकायक बिल्कुल सामने लाए जाएं।
जो भी कसूरवार है, अगर ये कसूरवार है तो इनको कड़ी से कड़ी सजा दी जाए, और अगर जन्नत बीबी के घर वाले इन पे झूठे बख्तान लगा रहे हैं तो उनको कैफरे किरदार तक पहुंचाया जाए। और यहाँ पे हमारा मकसद हरगिज़ ये नहीं है कि हम जन्नत बीबी की दिल आज़ारी करें। इंटरव्यू आपके सामने रख रहे हैं, फैसला आप लोगों ने करना है कि आपके इस बुजुर्ग की आंखों से निकले हुए आंसू में कितनी सदाकत नजर आई, और दूसरी तरफ जन्नत बीबी की बहन, भाई और बेटे ने जो बयान दिया उसके बारे में आप क्या राय रखते हैं। इसके साथ ही इजाज़त देंगे। अल्लाह हाफिज़।